ਭਗਤ। ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ, ਜੋ ਆਪ ਸਰਬੱਤ ਸੰਗਤਾਂ ਸਤ ਸੰਗਤ ਦੀਆਂ ਘੜੀਆਂ ਬਤੀਤ ਕਰ ਰਹੇ ਹੋ। ਆਓ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪ ਸਭ ਨੂੰ ਬਿਦਤ ਹੀ ਹੈ, ਕੱਲ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਪ੍ਰਕਾਸ਼ ਗੁਰਪੁਰਬ ਸੀ। ਜਿਸ ਤਰ੍ਹਾਂ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ, ਜੰਗਲ ਮੱਤੇ ਜੋ ਹੁਤੀ ਸਰਾਏ, ਜੋ ਸਾਧ ਸੰਗਤ ਜੀ ਮੱਤੇ ਦੀ ਸਰਾਂ, ਜੋ ਸਾਧ ਸੰਗਤ ਜੀ ਮਨ ਪੁਨੀਤ ਫੇਰੂ ਤਹਿ ਥਾਏ, ਜੋ ਮਨ ਦੇ ਬੜੇ ਪੁਨੀਤ ਹਨ। ਧੰਨ ਧੰਨ ਬਾਬਾ ਫੇਰੂ ਮੱਲ ਜੀਆਂ ਦੇ ਪਾਵਨ ਗ੍ਰਹਿ ਵਿਖੇ, ਧੰਨ ਧੰਨ ਮਾਤਾ ਦਇਆਲ ਕੌਰ ਜੀਆਂ ਦੀ ਕੁੱਖ ਤੋਂ, ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਪ੍ਰਕਾਸ਼ ਹੁੰਦਾ ਹੈ। ਤੇ ਘਰ ਜਨ ਸੁਤ ਸੁਖਦਾਈ, ਉਹਨਾਂ ਦੇ ਘਰ ਦੇ ਵਿੱਚ ਸੁਖਦਾਈ ਪੁੱਤਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਵਾਹਿਗੁਰੂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਪ੍ਰਕਾਸ਼ ਹੁੰਦਾ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਉਸ ਜਗ੍ਹਾ ਤੋਂ ਫਿਰ ਜਿਸ ਤਰ੍ਹਾਂ ਇਤਿਹਾਸ ਆਉਂਦਾ ਹੈ, ਦੇਵੀ ਚੰਦ ਜੀ ਜੋ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਸਹੁਰਾ ਜੀ ਹਨ, ਉਹਨਾਂ ਦੀ ਪੁੱਤਰੀ ਮਾਤਾ ਖੀਵੀ ਜੀ ਨਾਲ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਆਨੰਦ ਕਾਰਜ ਹੁੰਦੇ ਹਨ। ਉਸੇ ਹੀ ਜਗ੍ਹਾ ਤੇ ਧੰਨ ਭਾਈ ਜੋਧ ਜੀ, ਜਿਨ੍ਹਾਂ ਤੋਂ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਸਰਵਣਾ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਧੁਰ ਕੀ ਬਾਣੀ ਦੇ ਸ਼ਬਦ ਦੀ ਕੀਰਤਨ ਦੀ ਆਵਾਜ਼ ਪੈਂਦੀ ਹੈ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਜਿਸ ਸਮੇਂ ਅੰਮ੍ਰਿਤ ਵੇਲੇ ਧੰਨ ਭਾਈ ਜੋਧ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਸਿੱਖ ਹਨ, ਧੰਨ ਭਾਈ ਜੋਧ ਜੀ ਜਪਜੀ ਸਾਹਿਬ ਜੀਆਂ ਦੀ ਬਾਣੀ ਦਾ ਪਾਠ ਕਰ ਰਹੇ ਹਨ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਜਿਸ ਸਮੇਂ ਧੁਰ ਕੀ ਬਾਣੀ ਦੀ ਆਵਾਜ਼ ਪਈ, ਮਾਨੋ ਕਿ ਜਿਸ ਤਰ੍ਹਾਂ ਸਾਧ ਸੰਗਤ ਜੀ ਅਨਿਆਲੇ ਤੀਰ ਛਾਤੀ ਨੂੰ ਵਿੰਨ ਜਾਂਦੇ ਹਨ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਪੁੱਛਦੇ ਹਨ, ਭਾਈ ਜੋਧ ਜੀ ਇਹ ਕਿਹਨਾਂ ਦੀ ਬਾਣੀ ਹੈ? ਭਾਈ ਜੋਧ ਜੀ ਕਹਿੰਦੇ ਹਨ, ਇਹ ਧੁਰ ਕੀ ਬਾਣੀ ਹੈ। ਮਹਾਰਾਜ ਜੀ ਫਿਰ ਇਹ ਕਿਸੇ ਦੁਆਰਾ ਆਈ ਹੋਣੀ ਹੈ। ਤਾਂ ਉਸ ਸਮੇਂ ਭਾਈ ਜੋਧ ਜੀ ਕਹਿੰਦੇ ਹਨ, ਇਹ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਣੀ ਹੈ। ਉਸੇ ਦਿਨ ਤੋਂ ਹੀ ਮਾਨੋ ਕਿ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਹਜੂਰ ਦੇ ਹੀ ਹੋ ਗਏ ਹੋਣ। ਜਿਸ ਤਰ੍ਹਾਂ ਸਾਧ ਸੰਗਤ ਜੀ ਖਡੂਰ ਸਾਹਿਬ ਤੋਂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਸਹੁਰਾ ਜੀ ਬਾਬਾ ਦੇਵੀ ਚੰਦ ਜੀ, ਜਿਸ ਤਰ੍ਹਾਂ ਸਾਧ ਸੰਗਤ ਜੀ ਸੰਗਤਾਂ ਨੂੰ ਦੇਵੀ ਤੇ ਲੈ ਕੇ ਜਾਇਆ ਕਰਦੇ ਸਨ, ਦੇਵੀ ਦੇ ਦਰਸ਼ਨਾਂ ਨੂੰ। ਜਿਸ ਤਰ੍ਹਾਂ ਉਮਰ ਬਤੀਤ ਹੁੰਦੀ ਹੈ ਪ੍ਰਲਬਧ ਦੇ ਅਨੁਸਾਰ, ਜਿਸ ਤਰ੍ਹਾਂ ਸਾਧ ਸੰਗਤ ਜੀ ਅਕਾਲ ਚਲਾਣਾ ਕਰ ਜਾਂਦੇ ਹਨ। ਉਸ ਤੋਂ ਬਾਅਦ ਨਗਰ ਨਿਵਾਸੀ ਕਹਿੰਦੇ ਹਨ, ਹੁਣ ਘਰ ਵਿੱਚ ਆਪ ਵੱਡੇ ਹੋ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਹੁਣ ਤੁਸੀਂ ਸਾਨੂੰ ਲੈ ਕੇ ਜਾਇਓ। ਉਸ ਸਮੇਂ ਹਜੂਰ ਨੇ ਆਖਿਆ ਸੀ, ਜੇ ਆਪ ਜੀਆਂ ਨੇ ਜਾਣਾ ਹੈ ਤਾਂ ਅਸੀਂ ਕਰਤਾਰਪੁਰ ਸਾਹਿਬ ਜੀਆਂ ਦੇ ਵਿੱਚੋਂ ਦੀ ਹੋ ਕੇ ਜਾਵਾਂਗੇ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰਕੇ ਜਾਵਾਂਗੇ। ਤਾਂ ਉਸ ਸਮੇਂ ਸਾਧ ਸੰਗਤ ਜੀ ਜਦੋਂ ਖਡੂਰ ਸਾਹਿਬ ਤੋਂ ਤੁਰਦੇ ਹਨ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਹਜੂਰ ਦੇ ਸਾਧ ਸੰਗਤ ਜੀ ਜਿਸ ਤਰ੍ਹਾਂ ਰਸਤੇ ਵਿੱਚ ਦਰਸ਼ਨ ਕਰਦੇ ਹਨ, ਤਾਂ ਸਾਧ ਸੰਗਤ ਜੀ ਜਿਸ ਸਮੇਂ ਨਗਰ ਦੇ ਬਾਹਰ ਡੇਰਾ ਹੁੰਦਾ ਹੈ ਤਾਂ ਹਜੂਰ ਘੋੜੀ ਤੇ ਚੜੇ ਹੁੰਦੇ ਹਨ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਦੇ ਮਾਲਕ ਜਾਣ ਕੇ ਅੱਗੋਂ ਆਪ ਲੈਣ ਲਈ ਆਉਂਦੇ ਹਨ। ਤਾਂ ਉਸ ਸਮੇਂ ਸਾਧ ਸੰਗਤ ਜੀ ਹਜੂਰ ਦੇ ਦਰਸ਼ਨ ਕਰਕੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕਿ ਭਲਿਆ ਪੁਰਖਾ, ਤੂੰ ਸਾਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਪਾਸ ਆ ਜਾ, ਲੈ ਕੇ ਚਲਾ ਜਾ। ਤਾਂ ਉਸ ਸਮੇਂ ਹਜੂਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਪ ਅੱਗੇ ਲੱਗ ਕੇ ਹਜੂਰ ਤੁਰ ਪੈਂਦੇ ਹਨ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਪਿੱਛੇ ਘੋੜੀ ਤੇ ਚੜੇ ਆ ਰਹੇ ਸਨ। ਜਿਸ ਸਮੇਂ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ,
ਜਿਸ ਸਮੇਂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਹਜੂਰ ਦੇ ਦਰਬਾਰ ਵਿੱਚ ਪਹੁੰਚਦੇ ਹਨ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਖਤ ਤੇ ਸੱਜ ਬੈਠਦੇ ਹਨ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸਾਧ ਸੰਗਤ ਜੀ ਦੋਨੋਂ ਹੱਥ ਜੋੜ ਕੇ ਹਜੂਰ ਦੇ ਚਰਨਾਂ ਤੇ ਢਹਿ ਪੈਂਦੇ ਹਨ, ਕਹਿੰਦੇ ਹਨ, ਆਪ ਹੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਹਜੂਰ ਮੈਂ ਆਪ ਜੀਆਂ ਦੀ ਬੇਅਦਬੀ ਕੀਤੀ ਹੈ। ਮੈਂ ਘੋੜੀ ਤੇ ਚੜ੍ਹ ਕੇ ਆਇਆ ਹਾਂ ਤੇ ਤੁਸੀਂ ਹਜੂਰ ਅੱਗੇ ਅੱਗੇ ਤੁਰ ਕੇ ਆਏ ਹੋ। ਤਾਂ ਉਸ ਸਮੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਪੁੱਛਿਆ ਸੀ, ਭਾਈ ਤੇਰਾ ਨਾਮ ਕੀ ਹੈ? ਤਾਂ ਕਹਿੰਦੇ ਹਨ, ਹਜੂਰ ਮੇਰਾ ਨਾਮ ਲੈਣਾ ਹੈ। ਤਾਂ ਉਸ ਸਮੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਫਰਮਾਇਆ ਸੀ, ਹਜੂਰ ਕਹਿੰਦੇ ਸੀ ਜਿਨ੍ਹਾਂ ਲੈਣਾ ਹੁੰਦਾ ਹੈ ਉਹ ਘੋੜੀਆਂ ਤੇ ਹੀ ਚੜ੍ਹ ਕੇ ਆਇਆ ਕਰਦੇ ਹਨ, ਤੁਸੀਂ ਲੈਣਾ ਹੈ ਤੇ ਅਸੀਂ ਦੇਣਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਫਿਰ ਸਦਾ ਲਈ ਹਜੂਰ ਦੇ ਪਰਾਇਣੀ ਹੋ ਗਏ। ਉਸ ਤੋਂ ਉਪਰੰਤ ਜਿਸ ਤਰ੍ਹਾਂ ਸਾਧ ਸੰਗਤ ਜੀ ਇੱਕ ਦਿਨ ਜਿਵੇਂ ਉੱਥੋਂ ਨਿਵਾਸ ਕੀਤਾ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪੁੱਛਦੇ ਹਨ, ਭਲਿਆ ਪੁਰਖਾ ਜਾਂਦੇ ਨਹੀਂ ਜਿਸ ਕਾਰਨ ਵਾਸਤੇ ਤੁਸੀਂ ਆਏ ਸੀ? ਤਾਂ ਉਸ ਸਮੇਂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਸ੍ਰੀ ਗੁਰੂ ਜੀ ਜੇ ਰਸਤੇ ਵਿੱਚ ਜਾਂਦਾ ਹੋਇਆ ਕੋਈ ਸ਼ਹਿਦ ਦੀ ਭਾਲ ਵਿੱਚ ਹੋਵੇ ਤਾਂ ਉਸ ਨੂੰ ਅੰਮ੍ਰਿਤ ਮਿਲ ਜਾਵੇ ਤਾਂ ਉਹ ਫਿਰ ਸ਼ਹਿਦ ਵੱਲ ਥੋੜੀ ਨਾ ਜਾਵੇਗਾ। ਤਾਂ ਸਾਧ ਸੰਗਤ ਜੀ ਉਸੇ ਸਮੇਂ ਸੰਗਤਾਂ ਨੂੰ ਕਹਿ ਦਿੱਤਾ, ਆਪ ਚਾਹੇ ਅੱਗੇ ਚਲੇ ਜਾਓ, ਚਾਹੇ ਖਡੂਰ ਸਾਹਿਬ ਜੀਆਂ ਨੂੰ ਮੁੜ ਜਾਵੋ, ਅਸੀਂ ਹੁਣ ਇੱਥੇ ਹੀ ਰਹਾਂਗੇ। ਇਸੇ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਜੀਆਂ ਨੇ ਹਜੂਰ ਦੇ ਅੱਗੇ ਪਰਾਇਣ ਹੋ ਕੇ ਜਿਸ ਤਰ੍ਹਾਂ ਸੇਵਾ ਕੀਤੀ, ਮਹਾਰਾਜ ਜੀ ਸਾਧ ਸੰਗਤ ਜੀ ਜਿਸ ਤਰ੍ਹਾਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਸ ਸਮੇਂ ਹਜੂਰ ਨੇ ਦੂਸਰਾ ਯੁੱਧ ਫਤਿਹ ਕੀਤਾ, ਤਾਂ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਹਜੂਰ ਨੇ ਜਿਸ ਤਰ੍ਹਾਂ ਪੁੱਛਦੇ ਸਨ, ਜਿਸ ਸਮੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਪਰਖ ਲਈ ਸੀ, ਤਾਂ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਫਿਰ ਦੱਸੋ ਉਹ ਸਮਾਂ ਕਿਸ ਤਰ੍ਹਾਂ ਦਾ ਸੀ? ਤਾਂ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀਆਂ ਨੇ ਦੱਸਿਆ ਸੀ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਜਿਸ ਤਰ੍ਹਾਂ ਉਹ ਇਤਿਹਾਸ ਹੈ, ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀਆਂ ਦੀ ਰਸਨਾ ਦੁਆਰਾ ਜਿਸ ਤਰ੍ਹਾਂ ਸ਼ਰਵਣ ਕਰਨ ਨੂੰ ਮਿਲਦਾ ਹੈ, ਬਾਬਾ ਬੁੱਢਾ ਸਾਹਿਬ ਜੀਆਂ ਨੇ ਦੱਸਿਆ ਜਿਸ ਸਮੇਂ ਹਜੂਰ ਨੇ ਮੁਰਦਾ ਖਾਣ ਤਿੱਕਰ ਦੀ ਪਰਖ ਲਈ, ਸਭ ਸਾਧ ਸੰਗਤ ਜੀ ਕੁਝ ਤਾਂ ਡੰਡੇ ਖਾ ਕੇ ਭੱਜ ਗਏ, ਕੁਝ ਸਾਧ ਸੰਗਤ ਜੀ ਜਿਸ ਤਰ੍ਹਾਂ ਮਾਇਆ ਧਨ ਲੈ ਕੇ ਭੱਜ ਗਏ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਬਾਬਾ ਬੁੱਢਾ ਸਾਹਿਬ ਜੀਆਂ ਨੇ ਦੱਸਿਆ ਕਿ ਜਿਸ ਸਮੇਂ ਮੁਰਦਾ ਖਾਣ ਦੀ ਪਰਖ ਹੋਈ, ਸਭ ਬਾਬਾ ਬੁੱਢਾ ਜੀ ਕਹਿੰਦੇ ਹਨ ਅਸੀਂ ਵੀ ਰੁੱਖ ਦੇ ਓਲੇ ਹੋ ਗਏ ਸਾਂ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਨਿਤਰੇ ਸੀ। ਉਸ ਸਮੇਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਆਖਿਆ ਸੀ, ਭਲਿਆ ਪੁਰਖਾ ਤੂੰ ਨਹੀਂ ਓਲੇ ਹੋਇਆ। ਉਸ ਸਮੇਂ ਹਜੂਰ ਦੀ ਰਸਨਾ ਦੁਆਰਾ ਗੁਰਬਾਣੀ ਜਿਸ ਤਰ੍ਹਾਂ ਹਜੂਰ ਨੇ ਉਚਾਰੀ ਹੈ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਹਜੂਰ ਕਿਸੇ ਦਾ ਤਾਂ ਕੋਈ ਹੈ ਕਿਸੇ ਦਾ ਕੋਈ ਹੈ, ਸਾਡੇ ਤਾਂ ਮਹਾਰਾਜ ਜੀ ਆਪ ਹੀ ਹੋ। ਹਜੂਰ ਸਾਡਾ ਤਾਂ ਓਲਾ ਵੀ ਤੁਸੀਂ ਹੋ, ਕਿਉਂ ਨਾ ਮਰੀਜਾ ਰੋਏ ਜਾ ਲੱਗ ਚਿੱਤ ਨਾ ਆਵਹੀ। ਮਹਾਰਾਜ ਜੀ ਕਿਉਂ ਨਾ ਸਾਡੇ ਸਰੀਰ ਚੋਂ ਹਜੂਰ ਪ੍ਰਾਣ ਹੀ ਨਿਕਲ ਜਾਣ, ਜੇ ਆਪ ਜੀਆਂ ਤੋਂ ਅਸੀਂ ਓਲੇ ਹੋ ਜਾਈਏ। ਐਸੀ ਪ੍ਰੀਤ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਣਾ ਕਮਲਾਂ ਨਾਲ ਜਿਸ ਤਰ੍ਹਾਂ ਕਰਦੇ ਹਨ। ਉਸ ਤੋਂ ਉਪਰੰਤ ਸਾਧ ਸੰਗਤ ਜੀ ਜਿਸ ਤਰ੍ਹਾਂ ਗੁਰਤਾ ਗੱਦੀ ਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਜ ਬੈਠਦੇ ਹਨ, ਜਿਸ ਤਰ੍ਹਾਂ ਬਚਨ ਆਉਂਦਾ ਹੈ, ਅੰਗਦ ਨਾਮ ਆਜ ਤੋ ਹੋਹੀ ਨਿਜ ਅੰਗਣ ਤੇ ਕੀਨੋ ਤੋਹੀ। ਜਿਸ ਤਰ੍ਹਾਂ ਸਾਧ ਸੰਗਤ ਜੀ ਲਹਿਣੇ ਤੋਂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਹਜੂਰ ਨੇ ਆਪਣੇ ਅੰਗਾਂ ਨਾਲ ਲਾ ਕੇ ਨਾਮ ਦਿੱਤਾ, ਜਿਸ ਤਰ੍ਹਾਂ ਬਚਨ ਆਉਂਦੇ ਹਨ, ਲਹਿਣੇ ਦੀ ਫਿਰ ਆਈ ਹੈ ਨਾਨਕ ਦੋਹੀ ਖੱਟੀ ਹੈ। ਜਿਸ ਸਮੇਂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਤਖਤ ਤੇ ਸੱਜ ਬੈਠੇ ਹਨ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀਆਂ ਜਸ ਦੀਆਂ ਧੁੰਮਾਂ ਲੋਕ ਪਰਲੋਕ ਵਿੱਚ ਫੈਲ ਗਈਆਂ ਹਨ। ਜੇ ਜੋਤ 오ਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਐ, ਜੋਤ ਉਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਵਾਲੀ। ਜਿਸ ਤਰ੍ਹਾਂ ਭੱਟ ਸੱਤਾ ਤੇ ਬਲਵੰਡਾ ਜੀ ਕਹਿੰਦੇ ਹਨ ਕਿ ਸਿਰਫ ਹਜੂਰ ਨੇ ਮਾਨੋ ਕਿ ਸੰਸਾਰੀ ਚੋਲਾ ਹੀ ਬਦਲਿਆ ਹੋਵੇ, ਸਭ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਵਾਲਾ ਹੀ। ਜੋ ਸਾਧ
ਸਾਧ ਸੰਗਤ ਜੀ ਉਪਦੇਸ਼ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦਰੜਾਉਂਦੇ ਹਨ। ਵਿੱਚ ਕਰਤਾਰਪੁਰੇ ਜਗ ਰਾਈ, ਸ੍ਰੀ ਅੰਗਦ ਕੋ ਦੀ ਵਡਾਈ। ਵਿੱਚ ਕਰਤਾਰਪੁਰ ਸਾਹਿਬ ਜਿਸ ਤਰ੍ਹਾਂ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਜ ਬੈਠੇ ਸਨ ਜਗਤ ਦੇ ਰਾਜਾ ਸਰੂਪ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਜਿਸ ਤਰ੍ਹਾਂ ਸਾਧ ਸੰਗਤ ਜੀ ਵਡਿਆਈ ਬਖਸ਼ੀ ਸੀ, ਜਿਸ ਤਰ੍ਹਾਂ ਸਾਧ ਸੰਗਤ ਜੀ ਅੱਗੇ ਜ਼ਿਕਰ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਜਿਸ ਤਰ੍ਹਾਂ ਫਰਮਾਉਂਦੇ ਹਨ, ਨਾਨਕ ਅੰਗਦ ਕੋ ਬਪ ਧਰਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਸਰੀਰ ਧਾਰਨ ਕੀਤਾ। ਧਰਮ ਪ੍ਰਚੁਰ ਇਹੋ ਜਗ ਮੋ ਕਰਾ। ਜਿਸ ਤਰ੍ਹਾਂ ਸਾਧ ਸੰਗਤ ਜੀ ਧਰਮ ਦਾ ਪ੍ਰਚਾਰ ਹਜੂਰ ਨੇ ਜਿਸ ਤਰ੍ਹਾਂ ਜਗ ਵਿੱਚ ਕੀਤਾ। ਅਮਰਦਾਸ ਪੁਨ ਨਾਮ ਕਹਾਇਓ, ਜਨ ਦੀਪਕ ਤੇ ਦੀਪ ਜਗਾਇਓ। ਫਿਰ ਉਹੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਅਖਵਾਉਣਾ ਕੀਤਾ। ਜਿਸ ਤਰ੍ਹਾਂ ਇੱਕ ਦੀਵੇ ਤੋਂ ਦੂਸਰਾ ਦੀਵਾ ਜਗਾ ਦਈਦਾ ਹੈ। ਹਜੂਰ ਉੱਥੇ ਬਚਨ ਕਹਿੰਦੇ ਹਨ, ਜਿਨ ਜਾਨਾ ਤਿਨ ਹੀ ਸਿੱਧ ਪਾਈ, ਬਿਨ ਸਮਝੈ ਸਿੱਧ ਹਾਥ ਨਾ ਆਈ। ਜਿਸ ਤਰ੍ਹਾਂ ਬਾਜਾਂ ਵਾਲੇ ਪਿਤਾ ਜੀ ਫਰਮਾਉਂਦੇ ਹਨ, ਜਿਨ੍ਹਾਂ ਨੇ ਇਸ ਬਾਤ ਨੂੰ ਜਾਣ ਲਿਆ ਹੈ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹੀ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਹਨ, ਉਹਨਾਂ ਨੇ ਹੀ ਸਾਧ ਸੰਗਤ ਜੀ ਮੁਕਤੀ ਪਾਈ ਹੈ। ਸਾਧਨ ਲਖਾ ਮੂੜ ਨਹਿ ਪਾਇਓ। ਮਹਾਰਾਜ ਜੀ ਕਹਿੰਦੇ ਹਨ, ਸਾਧੂ ਮਹਾਂਪੁਰਸ਼ਾਂ ਨੇ, ਸ੍ਰੇਸ਼ਟ ਪੁਰਸ਼ਾਂ ਨੇ ਜੋ ਮੁਕਤੀ ਦੇ ਚਾਹਵਾਨ ਹਨ, ਉਹਨਾਂ ਨੇ ਇਸ ਬਾਤ ਨੂੰ ਜਾਣ ਲਿਆ ਹੈ। ਤਾਂ ਮੂਰਖਾਂ ਨੇ, ਮਹਾਰਾਜ ਜੀ ਕਹਿੰਦੇ ਹਨ, ਇਸ ਗੱਲ ਦੇ ਭੇਦ ਨੂੰ ਨਹੀਂ ਜਾਣਿਆ। ਤਾਂ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਹੋਵੇ ਸਿਫਤ ਖਸਾਮਦੀ, ਨੂਰ ਅਰਸੋਂ ਕੁਰਸੋਂ ਝਟੀਐ। ਜਿਸ ਤਰ੍ਹਾਂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਸਾਧ ਸੰਗਤ ਜੀ ਸੰਗਤਾਂ ਸੱਜ ਬੈਠਦੀਆਂ ਹਨ। ਮਹਾਰਾਜ ਜੀਆਂ ਦੇ ਦਰਬਾਰ ਵਿੱਚ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਹੁੰਦੀ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਹਜੂਰ ਦੇ ਦਰਸ਼ਨ ਕਰਦਿਆਂ ਹੀ ਸੰਗਤਾਂ ਦੀਆਂ ਜਨਮਾਂ ਜਨਮਾਂ ਦੀਆਂ ਮੈਲਾਂ ਕੱਟੀਆਂ ਜਾਂਦੀਆਂ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ ਜਿਸ ਸਮੇਂ ਭਾਈ ਬਾਲਾ ਜੀ ਆਉਂਦੇ ਹਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰਨ, ਕੀ ਦੇਖਦੇ ਹਨ ਭਾਈ ਬਾਲਾ ਜੀ? ਜਿਸ ਸਮੇਂ ਸਾਧ ਸੰਗਤ ਜੀ ਹਜੂਰ ਦੇ ਦਰਸ਼ਨ ਕਰਕੇ ਠੰਡ ਪੈ ਜਾਂਦੀ ਹੈ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਹਜੂਰ ਵਿੱਚੋਂ ਹੁੰਦੇ ਹਨ, ਤਾਂ ਉਸ ਸਮੇਂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਭਾਈ ਬਾਲਾ ਜੀਆਂ ਨੂੰ ਦੇਖ ਕੇ ਕਹਿੰਦੇ ਹਨ, ਭਲਿਆ ਪੁਰਖਾ ਤੁਹਾਡੇ ਦਰਸ਼ਨਾਂ ਦੇ ਵਿੱਚੋਂ ਬੜੀ ਠੰਡ ਪਈ ਹੈ। ਤਾਂ ਉਸ ਸਮੇਂ ਭਾਈ ਬਾਲਾ ਜੀਆਂ ਨੇ ਦੱਸਿਆ ਕਿ ਮੇਰੇ ਭਾਗਾਂ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਸੰਗਤ ਪਈ ਸੀ। ਮੈਂ ਬਚਪਨ ਤੋਂ ਹੀ ਹਜੂਰ ਦਾ ਸਾਥੀ ਹਾਂ। ਤਾਂ ਉਸ ਸਮੇਂ ਹਜੂਰ ਦੇ ਸਾਧ ਸੰਗਤ ਜੀ ਪੁਲਕਾਤ ਅਵਸਥਾ ਹੋ ਜਾਂਦੀ ਹੈ, ਰੋਮ ਰੋਮ ਖਿੜ ਜਾਂਦਾ ਹੈ। ਤਾਂ ਉਸ ਸਮੇਂ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਹਜੂਰ ਫਰਮਾਉਂਦੇ ਹਨ ਕਿ ਭਾਈ ਬਾਲਾ ਜੀ ਤੁਸੀਂ ਸਾਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਇਤਿਹਾਸ ਸੁਣਾਓ। ਤਾਂ ਸਾਧ ਸੰਗਤ ਜੀ ਭਾਈ ਪੈੜਾ ਮੋਖਾ ਜੀਆਂ ਨੂੰ ਲਿਖਾਰੀ ਲਾ ਕੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਜੋ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਇਤਿਹਾਸ ਸੀ ਉਹ ਸਾਧ ਸੰਗਤ ਜੀ ਸਾਰਾ ਲਿਖਵਾਉਣਾ ਕੀਤਾ। ਅੱਜ ਉਸ ਇਤਿਹਾਸ ਨੂੰ ਪੜ੍ਹ ਕੇ ਸਾਧ ਸੰਗਤ ਜੀ ਗੁਰਸਿੱਖਾਂ ਨੂੰ ਗੁਰਸਿੱਖੀ ਪ੍ਰਾਪਤ ਹੁੰਦੀ ਹੈ। ਅੱਜ ਸਾਧ ਸੰਗਤ ਜੀ ਕੁਝ ਲੋਕਾਂ ਦਾ ਜ਼ੋਰ ਹੈ ਕਿ ਉਸ ਇਤਿਹਾਸ ਨੂੰ ਭਾਵ ਨਕਾਰ ਦਿੱਤਾ ਜਾਵੇ। ਕਹਿੰਦੇ ਹਨ ਭਾਈ ਬਾਲਾ ਜੀ ਨਹੀਂ ਹੈਗੇ, ਕਿਉਂਕਿ ਸਾਧ ਸੰਗਤ ਜੀ ਕੋਈ ਐ ਨਹੀਂ ਕਹਿੰਦਾ ਭਾਈ ਮਰਦਾਨਾ ਜੀ ਨਹੀਂ ਸੀ ਹੋਏ, ਕਿਉਂਕਿ ਸਾਧ ਸੰਗਤ ਜੀ ਭਾਈ ਬਾਲਾ ਜੀਆਂ ਨੇ ਹਜੂਰ ਦੀ ਜਨਮ ਸਾਖੀ ਲਿਖੀ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਹਜੂਰ ਦਾ ਜਸ ਪੜ੍ਹਦਿਆਂ ਉਹਨਾਂ ਨੂੰ ਪਤਾ ਹੈ ਕਿ ਜਿੰਨਾ ਚਿਰ ਗੁਰਸਿੱਖਾਂ ਦੇ ਪਾਸ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਇਤਿਹਾਸ ਹੈ, ਉਹਨਾਂ ਵਿੱਚੋਂ ਗੁਰਸਿੱਖੀ ਕੋਈ ਖਤਮ ਨਹੀਂ ਕਰ ਸਕਦਾ। ਜਿਸੇ ਤਰ੍ਹਾਂ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਸ੍ਰੀ ਖਡੂਰ ਸਾਹਿਬ ਵਿਖੇ ਦੀਵਾਨ ਸਜਦਾ ਹੈ। ਦੀਵਾਨ ਦੇ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਇਤਿਹਾਸ ਸ਼ਰਵਣ ਕਰਨ ਵਾਸਤੇ ਜੋ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜੋ ਤਤ ਦੇ ਬੇਟੇ ਹਨ, ਧੰਨ ਧੰਨ ਭਾਈ
ਪਾਰੋ ਜੁਲਕਾ ਜੀ ਜੋ ਪਰਮਹੰਸ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ ਭਗਤ ਸੈਣ ਜੀਆਂ ਦੇ ਸਮਰ ਸਿੱਖ ਢਿੰਗਾ ਨਾਈ ਹਜੂਰ ਦੇ ਪਾਸ ਆ ਬੈਠਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੇਵਕ ਰੂਪ ਵਿੱਚ ਹਜੂਰ ਦਾ ਇਤਿਹਾਸ ਸ਼ਰਵਣ ਕਰਨ ਵਾਸਤੇ ਬੈਠਦੇ ਹਨ। ਐਸੇ ਗੁਰਸਿੱਖ ਬੈਠਦੇ ਹਨ ਜਿਨ੍ਹਾਂ ਦੇ ਵਿੱਚ ਗੁਰਸਿੱਖੀ ਦਰਿਆ ਵਾਂਗੂ ਚੱਲਦੀ ਹੈ, ਜਿਨ੍ਹਾਂ ਦੇ ਨੇਤਰਾਂ ਦੇ ਵਿੱਚੋਂ ਸਾਧ ਸੰਗਤ ਜੀ ਅੰਮ੍ਰਿਤ ਵਰਸਦਾ ਹੈ। ਐਸੇ ਗੁਰਸਿੱਖ ਹਜੂਰ ਦਾ ਇਤਿਹਾਸ ਸ਼ਰਵਣ ਕਰਨ ਵਾਸਤੇ ਬੈਠਦੇ ਹਨ। ਇਤਿਹਾਸ ਜ਼ਿਕਰ ਕਰਦਾ ਹੈ ਜਿਸ ਸਮੇਂ ਸਾਧ ਸੰਗਤ ਜੀ ਭਾਈ ਬਾਲਾ ਜੀ ਹਜੂਰ ਦੀ ਜਨਮ ਸਾਖੀ ਸੁਣਾਇਆ ਕਰਦੇ ਸਨ। ਹਜੂਰ ਇਸ ਤਰ੍ਹਾਂ ਕਰਿਆ ਕਰਦੇ ਸਨ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ 8-8 ਦਿਨ ਹਜੂਰ ਦਾ ਸਮਾਧਾ ਲੱਗ ਜਾਂਦਾ ਸੀ। ਦੂਰਿਓਂ ਨੇੜਿਓਂ ਸੰਗਤਾਂ ਆ ਕੇ ਹਜੂਰ ਦੇ ਦਰਬਾਰ ਵਿੱਚ ਸਾਧ ਸੰਗਤ ਜੀ ਜੋ ਮਰੀਜ਼ ਹੁੰਦੇ ਸਨ, ਕੋੜੀ ਹੁੰਦੇ ਸਨ, ਹਜੂਰ ਦੇ ਦਰਬਾਰ ਵਿੱਚ ਆ ਕੇ ਬਿਠਾ ਦਿੰਦੇ ਸਨ। ਤਾਂ ਉਸ ਸਮੇਂ ਸਾਧ ਸੰਗਤ ਜੀ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਅਮਿਆ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਸਮਸਤ ਸ਼ਕਤੀਆਂ ਜਿਨ੍ਹਾਂ ਦੇ ਭਾਵ ਚਰਨਾਂ ਦੀ ਧੂੜੀ ਵਿੱਚ ਜਿਸ ਹਜੂਰ ਨੇ ਵਿਛਾ ਦਿੱਤੀਆਂ ਸੀ। ਰਿੱਧ ਸੋ ਸਿੱਧ ਪਦਾਰਥ ਚਾਰ ਜਿਹੇ ਬਸੈ ਪੱਗ ਕੀ ਰਾਜਸ਼ਾਹੀ। ਤਾਂ ਸਾਧ ਸੰਗਤ ਜੀ ਹਜੂਰ ਨੇ ਕਦੇ ਵੀ ਸਾਹ ਜ਼ਿੰਦਗੀ ਉਹਨਾਂ ਸ਼ਕਤੀਆਂ ਦਾ ਪ੍ਰਯੋਗ ਨਾ ਸੀ ਕੀਤਾ। ਪਰ ਸਾਧ ਸੰਗਤ ਜੀ ਜਿਸ ਤਰ੍ਹਾਂ ਸੂਰਜ ਦੇ ਆਸੇ ਪਾਸੇ ਹਨੇਰਾ ਨਹੀਂ ਹੁੰਦਾ, ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ 8-8 ਦਿਨਾਂ ਬਾਅਦ ਹਜੂਰ ਦਾ ਸਮਾਧਾ ਖੁੱਲਣਾ, ਹਜੂਰ ਦੀ ਅਮਿਆ ਦ੍ਰਿਸ਼ਟ ਅੰਮ੍ਰਿਤ ਦ੍ਰਿਸ਼ਟੀ ਜਿਸ ਕਿਸੇ ਤੇ ਵੀ ਪੈਂਦੀ ਸੀ, ਕੋੜੀਆਂ ਦੇ ਕੋੜ ਦੂਰ ਹੋ ਜਾਇਆ ਕਰਦੇ ਸਨ। ਲੋਕ ਸਟੈਚਰਾਂ ਤੇ ਚੱਕ ਕੇ ਲੈ ਕੇ ਆਉਂਦੇ ਸਨ, ਆਪਣੀਆਂ ਲੱਤਾਂ ਤੇ ਖੜੇ ਹੋ ਕੇ ਜਾਂਦੇ ਸਨ। ਐਸੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਜੋ ਇਤਿਹਾਸ ਸਾਧ ਸੰਗਤ ਜੀ ਸਾਡੇ ਝੋਲੀ ਵਿੱਚ ਪਾਇਆ ਹੈ, ਜੋ ਲਗਭਗ ਹਰੇਕ ਇਤਿਹਾਸਕ ਸਥਾਨ ਤੇ ਲੜੀਵਾਰ ਇਤਿਹਾਸ ਦੀ ਕਥਾ ਹੁੰਦੀ ਹੈ। ਜਿਸ ਤਰ੍ਹਾਂ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਜੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਇਤਿਹਾਸ ਜੋ ਗੁਰਸਿੱਖ ਪਿਆਰਾ ਬੜੇ ਪ੍ਰੇਮ ਤੇ ਸ਼ਰਧਾ ਨਾਲ ਸੁਣਦਾ ਹੈ, ਉਹ ਕਦੇ ਨਰਕਾਂ ਵਿੱਚ ਨਹੀਂ ਜਾ ਸਕਦਾ, ਸਿੱਧਾ ਸੱਚਖੰਡ ਨੂੰ ਜਾਂਦਾ ਹੈ। ਸਾਧ ਸੰਗਤ ਜੀ ਆਓ ਜਿਸ ਤਰ੍ਹਾਂ ਭੱਟ ਸਾਹਿਬਾਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਸਿਫਤ ਵਿੱਚ ਬਚਨ ਲਿਖਦੇ ਹਨ, ਤੈ ਤਾ ਹਦਰਤ ਪਾਇਓ। ਜਿਸ ਤਰ੍ਹਾਂ ਸਾਧ ਸੰਗਤ ਜੀ ਹੱਦ ਤੋਂ ਰਹਿਤ ਮਾਣ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਹਜੂਰ ਦੀ ਸੇਵਾ ਕਰਕੇ ਪਾਇਆ। ਤੈ ਤਾ ਹਦਰਤ ਪਾਇਓ ਮਾਨ ਸੇਵਿਆ ਗੁਰ ਪ੍ਰਵਾਨ। ਜਿਸ ਤਰ੍ਹਾਂ ਸਾਧ ਸੰਗਤ ਜੀ ਹਜੂਰ ਦੀ ਸੇਵਾ ਕੈਸੀ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਕਰਦੇ ਹਨ। ਜਿਸ ਸਮੇਂ ਪਰਖ ਹੋਈ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਹਜੂਰ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਆਖਿਆ, ਭਲਿਆ ਪੁਰਖਾ ਰੁੱਖ ਹਿਲਾਓ ਮਠਿਆਈ ਡਿੱਗੇਗੀ। ਸਭ ਪਿੱਛੇ ਹਟ ਗਏ ਸੀ। ਉਸ ਸਮੇਂ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਵੱਲ ਹਜੂਰ ਨੇ ਤੱਕਿਆ ਹੀ ਸੀ ਤਾਂ ਭੱਜ ਕੇ ਹਜੂਰ ਰੁੱਖ ਤੇ ਚੜ ਜਾਂਦੇ ਹਨ, ਰੁੱਖ ਨੂੰ ਹਿਲਾਉਂਦੇ ਹਨ। 36 ਪ੍ਰਕਾਰ ਦੇ ਪਦਾਰਥ ਰੁੱਖ ਤੋਂ ਡਿੱਗਦੇ ਹਨ। ਉਸ ਸਮੇਂ ਸਿੱਖ ਆਂਦੇ ਹਨ ਕਿ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਜੇ ਰੁੱਖ ਤੋਂ ਮਠਿਆਈ ਨਾ ਡਿੱਗਦੀ ਤਾਂ ਕੀ ਹੁੰਦਾ। ਉਸ ਸਮੇਂ ਹਜੂਰ ਕਹਿੰਦੇ ਹਨ, ਮਠਿਆਈ ਡਿੱਗੇ ਨਾ ਡਿੱਗੇ ਇਹ ਹਜੂਰ ਦਾ ਕੰਮ ਹੈ, ਰੁੱਖ ਹਿਲਾਉਣਾ ਇਸ ਲਹਿਣੇ ਦਾ ਕੰਮ ਹੈ। ਉਸ ਐਸੀ ਸੇਵਾ ਸੇਵਿਆ ਗੁਰ ਪ੍ਰਵਾਨ। ਜਿਸ ਤਰ੍ਹਾਂ ਸਾਧ ਸੰਗਤ ਜੀ ਹਜੂਰ ਦੇ ਬਚਨ ਸੱਤ ਕਰਕੇ ਮੰਨੇ ਹਨ, ਕਦੇ ਮਨ ਵਿੱਚ ਫੁਰਨਾ ਨਹੀਂ ਉੱਠਿਆ ਕਿ ਦੇਖ ਹਜੂਰ ਕੀ ਕਹਿੰਦੇ ਹਨ, ਏਦਾਂ ਹੋ ਨਹੀਂ ਸਕਦਾ। ਹਜੂਰ ਦੀ ਆਗਿਆ ਦਾ ਪਾਲਣ ਕੀਤਾ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਆਪਣੇ ਨੇਤਰ ਭਾਉ ਭਗਤੀ ਦੇ ਬਣਾ ਲਏ ਹਨ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਸਾਧ ਅਜਗਰ ਜਿਨ ਕੀਆ ਉਨਮਾਨ। ਜੋ ਸਾਧ ਸੰਗਤ ਜੀ ਅਜਗਰ ਵਰਗਾ ਮਨ ਸੀ, ਹਜੂਰ ਨੇ ਸਾਧ ਲਿਆ ਹੈ ਤਾਂ ਉੱਚੀ ਪਦਵੀ ਤੇ ਪਹੁੰਚਾ ਦਿੱਤਾ ਹੈ। ਹਰ ਹਰ ਦਰਸ ਸਮਾਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਦਰਸ਼ਨ ਹਰੀ ਦੇ ਦਰਸ਼ਨ ਹਨ। ਆਤਮਾਵੰਤ ਗਿਆਨ। ਜੋ ਆਤਮਾ ਨੂੰ ਸਾਧ ਸੰਗਤ ਜੀ ਬ੍ਰਹਮ ਗਿਆਨ ਦੇ ਦੇਣ ਵਾਲੇ ਹਨ। ਇਸੇ ਤਰ੍ਹਾਂ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਐਸੇ ਹਜੂਰ ਦੇ ਦਰਸ਼ਨ ਕੀਤੇ, ਜਾਣਿਆ ਅਕਲ ਗਤ
ਗੁਰ ਪ੍ਰਵਾਨ ਆਪਣੇ ਮਨ ਵਿੱਚ ਇਹ ਜਾਣ ਕੇ ਹਜੂਰ ਦੀ ਦਰਗਾਹ ਦੇ ਵਿੱਚ ਜਿਸ ਤਰ੍ਹਾਂ ਸਾਧ ਸੰਗਤ ਜੀ ਹਜੂਰ ਪ੍ਰਵਾਨ ਹੋਏ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਹੀ ਨਿਰੰਕਾਰ ਦੇ ਦਰਸ਼ਨ ਹਨ, ਤੇ ਇਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਹੀ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਹਨ। ਜਿਸ ਤਰ੍ਹਾਂ ਅੱਗੇ ਆਉਂਦਾ ਹੈ, ਜਾ ਕੀ ਦ੍ਰਿਸ਼ਟ ਅਚਲ ਠਾਣ ਬਿਮਲ ਬੁੱਧ ਸਥਾਨ ਪਹਿਰ ਸਰੀਲ ਸਨਾਹ ਸਖਤ ਬਿਦਾਰ। ਜਿਸ ਤਰ੍ਹਾਂ ਸਾਧ ਸੰਗਤ ਜੀ ਹਜੂਰ ਦੀ ਕੈਸੀ ਨਿਮਰਤਾ ਹੈ, ਹਰ ਸਮੇਂ ਹਜੂਰ ਨਿਮਰਤਾ ਦੀ ਸੰਜੋ ਪਾ ਕੇ ਰੱਖਦੇ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ ਉੱਥੋਂ ਦੇ ਤਪੇ ਨੇ ਈਰਖਾ ਦੇ ਬਚਨ ਕਹੇ ਸੀ ਹਜੂਰ ਨੂੰ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀਆਂ ਨਾਲ ਕਿ ਇਹ ਗ੍ਰਿਸ਼ਤੀ ਸਾਧੂ ਹੈ, ਇਸ ਕਰਕੇ ਇੱਥੇ ਖਡੂਰ ਸਾਹਿਬ ਵਿਖੇ ਮੀਂਹ ਨਹੀਂ ਪੈਂਦਾ, ਇਸ ਨੂੰ ਤੁਸੀਂ ਇਸ ਨਗਰ ਤੋਂ ਕੱਢ ਦੇਵੋ। ਤਾਂ ਉੱਥੋਂ ਦੇ ਖਹਿਰੇ ਜੱਟਾਂ ਨੇ ਆ ਕੇ ਹਜੂਰ ਨੂੰ ਕਹਿ ਦਿੱਤਾ ਸੀ ਕਿ ਹਜੂਰ ਆਪ ਇੱਥੋਂ ਚਲੇ ਜਾਵੋ ਹੁਣ, ਕਿਉਂਕਿ ਸਾਧ ਸੰਗਤ ਜੀ ਉਹ ਤਪਾ ਈਰਖਾ ਕਰਦਾ ਸੀ। ਹਜੂਰ ਨੇ ਇੱਕ ਵਾਰੀ ਵੀ ਨਹੀਂ ਸੋਚਿਆ। ਹਜੂਰ ਕਹਿੰਦੇ ਹਨ ਕੋਈ ਗੱਲ ਨਹੀਂ ਗੁਰਸਿੱਖੋ, ਜੇ ਸਾਡੇ ਇੱਥੇ ਰਹਿਣ ਨਾਲ ਮੀਂਹ ਨਹੀਂ ਪੈਂਦਾ ਅਸੀਂ ਚਲੇ ਜਾਂਦੇ ਹਾਂ। ਤਾਂ ਉਸ ਸਮੇਂ ਸਾਧ ਸੰਗਤ ਜੀ ਬਾਬਾ ਬੁੱਢਾ ਜੀ ਵੀਰ ਰਸ ਵਿੱਚ ਆ ਜਾਂਦੇ ਹਨ, ਪਰ ਹਜੂਰ ਦਾ ਰੁਖ ਵੇਖ ਕੇ ਚੁੱਪ ਕਰ ਜਾਂਦੇ ਹਨ। ਤਾਂ ਉਸ ਸਮੇਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਉੱਥੋਂ ਸਾਧ ਸੰਗਤ ਜੀ ਚਲੇ ਜਾਂਦੇ ਹਨ ਗੁਰਦੁਆਰਾ ਖਾਨ ਛਪਰੀ ਸਾਹਿਬ ਵਿਖੇ। ਉਸ ਤੋਂ ਉਪਰੰਤ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਉਸ ਤਪੇ ਦੀ ਹਾਲਤ ਕਰਦੇ ਹਨ, ਹਜੂਰ ਦੀ ਗੁਰਬਾਣੀ ਵਿੱਚ ਦਰਜ ਹੈ। ਇਸ ਤੋਂ ਉਪਰੰਤ ਸਾਧ ਸੰਗਤ ਜੀ ਜਦੋਂ ਪਿੰਡ ਦੇ ਲੋਕ ਉਹ ਜੱਟ ਫਿਰ ਹਜੂਰ ਨੂੰ ਲੈਣ ਆਏ, ਤਾਂ ਹਜੂਰ ਨੇ ਇੱਕ ਵਾਰੀ ਵੀ ਨਹੀਂ ਆਖਿਆ ਕਿ ਤੁਸੀਂ ਸਾਨੂੰ ਹੁਣ ਲੈਣ ਕਿਉਂ ਆ ਗਏ ਹੋ, ਪਹਿਲਾਂ ਕੱਢ ਦਿੱਤਾ। ਹਜੂਰ ਸਾਧ ਸੰਗਤ ਜੀ ਉਸੇ ਤਰ੍ਹਾਂ ਨਿਮਰਤਾ ਦੇ ਨਾਲ ਉੱਠ ਕੇ ਫਿਰ ਉੱਥੇ ਵਾਪਸ ਚਲੇ ਜਾਂਦੇ ਹਨ। ਕਹੋ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ। ਪਟ ਕਲ ਸਹਾਰ ਜੀ ਕਹਿੰਦੇ ਹਨ ਐਸੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਕੀਰਤੀ ਕਿਉਂ ਨਾ ਕਹਿਣਾ ਕਰੀਏ, ਜਿਨ੍ਹਾਂ ਦਾ ਜਸ ਸੱਤਾ ਸਮੁੰਦਰਾ ਤਿੱਕਰ ਫੈਲਿਆ ਹੋਇਆ ਹੈ। ਲਹਿਣਾ ਜਗਤਰ ਗੁਰ ਪਰਸ ਮੁਰਾਰ, ਧੰਨ ਸ਼੍ਰੀ ਗੁਰੂ ਲਹਿਣਾ ਜੀ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਮੁਰਾਰ ਰੂਪ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਪਰਸ ਕੇ ਉਹਨਾਂ ਦਾ ਹੀ ਰੂਪ ਹੋ ਗਏ ਹਨ। ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਣ, ਕੈਸੇ ਸੂਰਮੇ ਹਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ। ਸਾਧ ਸੰਗਤ ਜੀ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਜੈਮਨ ਮੁਨੀ ਵਰਗੇ ਜਿਹੜੇ ਕਹਿੰਦੇ ਸੀ ਗਿਆਨਵਾਨ ਨੂੰ ਕਾਮ ਤੰਗ ਨਹੀਂ ਕਰਦਾ, ਬਿਆਸ ਰਿਸ਼ੀ ਦੇ ਦੁਆਰਾ ਸਾਧ ਸੰਗਤ ਜੀ ਉਸ ਨੂੰ ਵੀ ਮੂੰਹ ਦੀ ਖਾਣੀ ਪਈ ਸੀ। ਧਰਮ ਕ੍ਰੋਧ ਕਰ ਹੋਤ ਵਿਭੰਗਾ, ਭਾਵ ਕ੍ਰੋਧ ਕਰਨ ਨਾਲ ਧਰਮ ਨਾਸ਼ ਹੋ ਜਾਂਦਾ ਹੈ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਐਸੀ ਕਿਰਪਾ ਕੀਤੀ ਹੈ। ਆਪ ਜੀਆਂ ਦੇ ਗੁਰਸਿੱਖ ਮਹਾਰਾਜ ਜੀ ਸ਼ਬਦ ਸੂਰ ਬਲਵੰਤ, ਆਪ ਜੀਆਂ ਦੀ ਬਾਣੀ ਦੇ ਸ਼ਬਦ ਦੀ ਓਟ ਲੈ ਕੇ ਭਾਰੀ ਬਲ ਵਾਲੇ ਹੋ ਜਾਂਦੇ ਹਨ, ਤੇ ਕਾਮ ਕ੍ਰੋਧ ਬਿਨਾਸਣ, ਕਾਮ ਤੇ ਕ੍ਰੋਧ ਨੂੰ ਮਹਾਰਾਜ ਜੀ ਨਾਸ਼ ਕਰ ਦਿੰਦੇ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ ਦ੍ਰਿਸ਼ਟ ਧਰਤ ਤਮ ਹਰਨ ਦਹਿਣ ਅਗ ਪਾਪ ਪ੍ਰਨਾਸਣ। ਜਿਸ ਤਰ੍ਹਾਂ ਸਾਧ ਸੰਗਤ ਜੀ ਹਜੂਰ ਜਿਸ ਤੇ ਦ੍ਰਿਸ਼ਟੀ ਪਾ ਦਿੰਦੇ ਹਨ ਉਸ ਦੇ ਵਿੱਚੋਂ ਅੱਗ ਤੇ ਪਾਪ ਜੋ ਸਾਧ ਸੰਗਤ ਜੀ ਅੱਗ ਹੁੰਦੇ ਹਨ ਜੋ ਜਨਮਾਂ ਦੇ ਪਾਪ ਪਿੱਛਾ ਨਹੀਂ ਛੱਡਦੇ, ਤੇ ਜੇ ਇਸ ਜਨਮ ਦੇ ਪਾਪ ਹਨ ਮਹਾਰਾਜ ਜੀ ਜੇ ਕਿਸੇ ਤੇ ਦ੍ਰਿਸ਼ਟੀ ਪਾ ਦੇਣ ਨਾਸ਼ ਕਰ ਦਿੰਦੇ ਹਨ। ਐਸੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਕਲਪਤਰ ਰੋਗ ਬਦਾਰ ਸੰਸਾਰ ਤਾਪ ਨਿਵਾਰ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਕਲਪ ਰੁੱਖ ਦੀ ਨਿਆਈ। ਸਾਧ ਸੰਗਤ ਜੀ ਕਲਪ ਰੁੱਖ ਜਿਸ ਮੰਨਿਆ ਜਾਂਦਾ ਹੈ ਜਿਸ ਦੇ ਥੱਲੇ ਖੜ ਕੇ ਕੋਈ ਫੁਰਨਾ ਕਰੇ ਸਭ ਇੱਛਾਵਾਂ ਪੂਰੀਆਂ ਕਰ ਦਿੰਦੇ ਹਨ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਕੈਸੇ ਹਨ। ਹਜੂਰ ਦੇ ਅੱਗੇ ਸਾਧ ਸੰਗਤ ਜੀ ਖੜੇ ਹੋ ਕੇ ਕਹਿਣ ਦੀ ਵੀ ਨਹੀਂ ਲੋੜ, ਮਨ ਵਿੱਚ ਫੁਰਦਾ ਕਰਕੇ ਜੇ ਕੋਈ ਸਿੱਖ ਕਿਸੇ ਵੀ ਸ਼ਕਤੀ ਦਾ ਆਵਾਹਨ ਕਰਦਾ ਹੈ ਤਾਂ ਸਾਧ ਸੰਗਤ ਜੀ ਉਸ ਨੂੰ ਉਹ ਪ੍ਰਾਪਤ ਹੁੰਦੇ ਹਨ। ਐਸੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ। ਗੁਰ ਜਗਤ ਫਿਰਨ ਸੀਹ ਅੰਗਰੋ ਰਾਜ ਜੋਗ ਲਹਿਣਾ ਕਰੈ। ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਫਿਰਨ ਸੀਹ ਬਾਬਾ ਫੇਰੂ ਮਲ ਜੀਆਂ ਦੇ ਸ਼ੇਰ ਪੁੱਤਰ ਰਾਜ ਜੋਗ ਲਹਿਣਾ ਕਰੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਤਾ ਗੱਦੀ ਨੂੰ ਚਾਰ ਚੰਦ ਲਾ ਰਹੇ ਹਨ। ਐਸੇ ਹਜੂਰ ਦੇ ਸਾਧ ਸੰਗਤ ਜੀ
ਮਹਾਰਾਜ ਜੀਆਂ ਦੀ ਸਿਫਤ ਸਾਧ ਸੰਗਤ ਜੀ ਕੋਈ ਕਰ ਨਹੀਂ ਸਕਦਾ। ਅਮਿਆ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਵ ਨਿਧ ਦਰਿਆਉ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ। ਭੱਟ ਟਲ ਜੀ ਕਹਿੰਦੇ ਹਨ, ਕਿਉਂ ਨਾ ਫਿਰ ਐਸੇ ਗੁਰੂ ਜੀਆਂ ਨੂੰ ਸਹਿਜ ਸੁਭਾਏ ਰਾਤ ਦਿਨ ਸੇਵਨਾ ਕਰੀਏ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ, ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਪਰਸਨ ਮਾਤਰ ਸੇ ਹੀ ਜਨਮਾਂ ਮਰਨਾਂ ਦੇ ਦੁੱਖ ਟੁੱਟ ਜਾਂਦੇ ਹਨ। ਹਜੂਰ ਕਿਰਪਾ ਕਰੇ। ਸਾਧ ਸੰਗਤ ਜੀ ਇੰਨੇ ਗੁਣ ਹਨ ਹਜੂਰ ਦੇ ਵਿੱਚ, ਇੰਨੇ ਗੁਣ ਪਾ ਕੇ ਜਿਸ ਤਰ੍ਹਾਂ ਸਾਧ ਸੰਗਤ ਜੀ ਇੱਕ ਫਲਾਂ ਵਾਲਾ ਰੁੱਖ ਝੁਕ ਜਾਂਦਾ ਹੈ, ਭੱਟ ਸਾਹਿਬਾਨ ਜਿਸ ਤਰ੍ਹਾਂ ਬਾਣੀ ਵਿੱਚ ਫਰਮਾਉਂਦੇ ਹਨ, ਦ੍ਰਮ ਸਪੂਰ ਜਿਉ ਨਿਵੈ ਖਿਮਲ ਕਸ ਬਿਮਲ ਵਿਚਾਰੈ ਹੈ। ਐਸੇ ਗੁਣ ਪਾ ਕੇ ਹਜੂਰ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਝੁਕ ਗਏ ਹਨ। ਹਜੂਰ ਦੇ ਗੁਰਸਿੱਖ ਵੀ ਐਸੇ ਹਨ, ਹਜੂਰ ਦੀ ਬਾਣੀ ਜਦੋਂ ਪੜ੍ਹਦੇ ਹਨ ਸਾਧ ਸੰਗਤ ਜੀ ਇੰਨਾ ਉਹਨਾਂ ਨੂੰ ਗਿਆਨ ਹੁੰਦਾ ਹੈ, ਇੰਨੀ ਸਾਧ ਸੰਗਤ ਜੀ ਸ਼ਕਤੀ ਹੁੰਦੀ ਹੈ, ਫਿਰ ਵੀ ਹਜੂਰ ਦੇ ਦਰ ਤੇ ਆ ਕੇ ਸਾਧ ਸੰਗਤ ਜੀ ਕਹਿੰਦੇ ਹਨ, ਮਹਾਰਾਜ ਜੀ ਪਾਪੀਆਂ ਹਜੂਰ ਤੁਸੀਂ ਬਖਸ਼ ਸਕਦੇ ਹੋ, ਸਦਾ ਅਕਲ ਲਿਵ ਰਹਿ ਕਰਨ ਸਿਓ ਇੱਛਾ ਚਾਰੈ। ਸਦਾ ਹੀ ਜਿਸ ਤਰ੍ਹਾਂ ਸਾਧ ਸੰਗਤ ਜੀ ਹਜੂਰ ਇੱਕ ਅਕਾਲ ਪੁਰਖ ਵਾਹਿਗੁਰੂ ਵਿੱਚ ਸਮਾਧੀ ਲਾਈ ਰੱਖਦੇ ਸਨ। ਹਜੂਰ ਦੇ ਸਾਧ ਸੰਗਤ ਜੀ ਪੰਜੇ ਇੰਦਰੇ ਜਿਸ ਤਰ੍ਹਾਂ ਵਾਹਿਗੁਰੂ ਹਜੂਰ ਦੇ ਕੋਈ ਵੀ ਸਾਧ ਸੰਗਤ ਜੀ ਜਿੰਨੇ ਇੰਦਰੇ ਹਨ ਵਸ ਵਿੱਚ ਹਨ। ਜੋ ਹਜੂਰ ਚਾਹੁਣ ਉਹੀ ਹਜੂਰ ਨੂੰ ਸੁਣਦਾ ਹੈ, ਜੋ ਹਜੂਰ ਚਾਹੁਣ ਉਹੀ ਹਜੂਰ ਨੂੰ ਦਿਖਦਾ ਹੈ। ਹਜੂਰ ਸਦਾ ਹੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਕਮਲਾਂ ਦਾ ਧਿਆਨ ਲਾਈ ਰੱਖਦੇ ਸਨ। ਜਿਸ ਤਰ੍ਹਾਂ ਸਾਧ ਸੰਗਤ ਜੀ ਹਜੂਰ ਨੇ ਕਿਹਾ, ਭਲਿਆ ਪੁਰਸ਼ਾ ਇੱਥੇ ਹੀ ਰੁਕ ਜਾ। 6 ਮਹੀਨੇ ਲਗਾਤਾਰ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਉੱਥੇ ਹੀ ਖੜੇ ਰਹੇ। ਇਸੇ ਤਰ੍ਹਾਂ ਸਾਧ ਸੰਗਤ ਜੀ ਹਜੂਰ ਦੇ ਪ੍ਰੇਮ ਵਾਲੇ ਗੁਰਸਿੱਖ ਹਨ, ਸਦਾ ਅਕਲ ਲਿਵ ਰਹਿ, ਸਦਾ ਹੀ ਉਹਨਾਂ ਦਾ ਬਿਰਤਾ ਹਜੂਰ ਦੇ ਵਿੱਚ ਲੱਗਾ ਰਹਿੰਦਾ ਹੈ। ਕਰਨ ਸਿਉ ਇੱਛਾ ਹੈ ਚਾਰੈ, ਜੋ ਹਜੂਰ ਦੇ ਗੁਰਸਿੱਖ ਦੇਖਣਾ ਚਾਹੁੰਦੇ ਹਨ ਉਹੀ ਉਹਨਾਂ ਨੂੰ ਦਿਖਦਾ ਹੈ। ਉਹਨਾਂ ਦੇ ਨੇਤਰ ਇੱਧਰ ਉੱਧਰ ਨਹੀਂ ਭਟਕਦੇ, ਉਹਨਾਂ ਦੇ ਕੰਨ ਸ਼ਰਵਣ ਨਿੰਦਾ ਸੁਣਨ ਵੱਲ ਨਹੀਂ ਜਾਂਦੇ। ਉਹ ਜੋ ਚਾਹੁੰਦੇ ਹਨ ਉਹਨਾਂ ਦੇ ਅਧੀਨ ਹੋ ਜਾਂਦੇ ਹਨ। ਮਹਾਰਾਜ ਜੀ ਕਿਰਪਾ ਕਰਨ, ਹਜੂਰ ਦਾ ਜਸ ਸਾਡੇ ਹਿਰਦੇ ਵਿੱਚ ਵਸੇ। ਹਜੂਰ ਦਾ ਸਾਧ ਸੰਗਤ ਜੀ ਜਸ ਹੀ ਹਜੂਰ ਦੇ ਦਰਸ਼ਨ ਹਨ। ਹਜੂਰ ਨੇ ਕਿਰਪਾ ਕੀਤੀ ਹੈ ਜੋ ਸਾਨੂੰ ਆਪਣੇ ਪ੍ਰਤੱਖ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਹੈ। ਮਹਾਰਾਜ ਜੀਆਂ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਹਜੂਰ ਕਿਰਪਾ ਕਰਨ, ਗੁਰਸਿੱਖੀ ਅਸੀਂ ਵੀ ਕਮਾ ਸਕੀਏ। ਜਨਮ ਹਮ ਕਾਲਖ ਧੋਵੈ, ਹਜੂਰ ਕਾਲਖ ਵਰਗਾ ਜਨਮ ਸਾਡਾ ਲੰਘਦਾ ਜਾ ਰਿਹਾ ਹੈ। ਕਿਰਪਾ ਕਰੋ। ਦਰਸ਼ਨ ਪਰਸਿਆ ਗੁਰੂ ਕੈ 68 ਮੱਜਣ ਹੋਏ, 68 ਤੀਰਥਾਂ ਦੇ ਦਰਸ਼ਨ ਦਿਦਾਰੇ ਇਸ਼ਨਾਨ ਹੋ ਜਾਂਦੇ ਹਨ। ਹਜੂਰ ਦਾ ਜਸ ਸੁਣਨ ਮਾਤਰ ਸੇ ਹੀ ਮਹਾਰਾਜ ਜੀਆਂ ਦਾ ਜਸ ਗਾਉਂਦੇ ਹੋਏ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹਨ। ਬਖਸ਼ ਦੇਣਾ ਅਰਦਾਸ ਕਰਨੀ, ਮਹਾਰਾਜ ਬਲ ਬੁੱਧ ਸਮਰੱਥਾ ਬਖਸ਼ਣ। 2 ਪੰਕਤੀਆਂ ਪੜ੍ਹ ਕੇ ਸਾਧ ਸੰਗਤ ਜੀ ਸਮਾਪਤੀ ਹੈ ਜੀ। ਬਿਲਾਵਲ ਮਹੱਲਾ ਨਾਵਾ, ਜਾਮੈ ਭਜਨ ਰਾਮ ਕੋ ਨਾਹੀ, ਤਹਿ ਨਰ ਜਨਮ ਅਕਾਰਤ ਖੋਇਆ, ਯਹ ਰਾਖੋ ਮਨ ਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗਰੀਬ ਨਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਹਜੂਰ ਦੀ ਅਪਾਰ ਕਿਰਪਾ ਦਾ ਸਦਕਾ ਆਪ ਜੀ ਪਾਵਨ ਗੁਰਮਤਿ ਕਥਾ ਵਿਚਾਰਾਂ ਸਰਵਣ ਕਰ ਰਹੇ ਸੀ। ਸਮੂਹ ਸੰਗਤ ਵੱਲੋਂ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਕੋਟਾਨ ਕੋਟ ਸ਼ੁਕਰਾਨਾ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਜੋ ਗੁਰਦੇਵ ਪਾਤਸ਼ਾਹ ਜੀਆਂ ਨੇ ਕਿਰਪਾ ਕੀਤੀ ਹੈ ਸਤਸੰਗ ਕਰਨ ਦਾ ਸੁਭਾਗ ਸਮਾਂ ਸਾਨੂੰ ਬਖਸ਼ਿਸ਼ ਕੀਤਾ ਹੈ।